ਨੈਕਸਟ ਆਪਾਂ ਸਟਾਰਟ ਕਰਦੇ ਹਾਂ ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ। Biodiversity is important for human existence. All forms of life are so closely interlinked that disturbance in one gives the rise to imbalance in the others. ਬਾਇਓਡਾਇਵਰਸਿਟੀ ਆਪਣੀ ਐਗਜ਼ਿਸਟੈਂਸ ਲਈ, ਹਿਊਮਨ ਬੀਇੰਗਸ ਦੀ ਐਗਜ਼ਿਸਟੈਂਸ ਲਈ, ਆਪਣੇ ਇੱਥੇ ਰਹਿਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਰੀਆਂ ਫਾਰਮਸ ਆਫ ਲਾਈਫ ਨੇ ਜਿਹੜੀਆਂ, ਠੀਕ ਹੈ, ਉਹ ਸਾਰੀਆਂ ਇੱਕ ਦੂਜੇ ਨਾਲ ਇੰਟਰਲਿੰਕਡ ਨੇ ਅਤੇ ਕਿਸੇ ਇੱਕ ਨੂੰ ਜੇ ਡਿਸਟਰਬੈਂਸ ਪਹੁੰਚਦੀ ਹੈ ਤਾਂ ਉਹ ਇੰਬੈਲੈਂਸ ਕ੍ਰੀਏਟ ਕਰਦੀ ਹੈ ਬਾਕੀਆਂ ਲਈ ਵੀ। If species of plants and animals become endangered, which may they cause degradation in the environment, which may threaten human beings own existence. ਜੇਕਰ ਕੁਛ ਪ੍ਰਜਾਤੀਆਂ ਪਲਾਂਟਸ ਦੀਆਂ ਅਤੇ ਐਨੀਮਲਸ ਦੀਆਂ ਐਂਡੇਂਜਰਡ ਹੁੰਦੀਆਂ ਨੇ ਤਾਂ ਉਹ ਇਨਵਾਇਰਮੈਂਟ ਦੀ ਡੀਗਰੇਡੇਸ਼ਨ ਕਰਦੀਆਂ ਨੇ, ਠੀਕ ਹੈ, ਤਾਂ ਉਹਦੇ ਕਰਕੇ ਹਿਊਮਨ ਬੀਇੰਗ ਦੀ ਆਪਣੀ ਐਗਜ਼ਿਸਟੈਂਸ ਨੂੰ ਵੀ ਕਿਤੇ ਨਾ ਕਿਤੇ ਖਤਰਾ ਪਹੁੰਚਦਾ ਹੈ, ਠੀਕ ਹੈ। ਉਹਦੇ ਬਾਰੇ ਆਪਾਂ ਇਹਦੇ ਵਿੱਚ ਪੜ੍ਹਾਂਗੇ ਆਪਾਂ ਕਿਵੇਂ ਕੰਜ਼ਰਵ ਕਰਦੇ ਹਾਂ, ਠੀਕ ਹੈ। There is an urgent need to educate people to adopt environment friendly practices and reorient their activities in such a way that our development is harmonious with other life forms and is sustainable. ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਠੀਕ ਹੈ, ਲੋਕਾਂ ਨੂੰ ਐਜੂਕੇਟ ਕਰਨ ਦੀ ਅਤੇ ਆਪਣੀਆਂ ਜਿਹੜੀਆਂ ਇਨਵਾਇਰਮੈਂਟਲ ਫਰੈਂਡਲੀ ਪ੍ਰੈਕਟਿਸਿਸ ਨੇ ਉਹਨਾਂ ਨੂੰ ਅਡੋਪਟ ਕਰਨ ਦੀ ਅਤੇ ਆਪਣੀਆਂ ਐਕਟੀਵਿਟੀਜ਼ ਨੂੰ ਦੁਬਾਰਾ ਇੱਦਾਂ ਰੀਓਰਗਨਾਈਜ਼ ਕਰੀਏ ਆਪਾਂ ਇਸ ਤਰੀਕੇ ਨਾਲ ਕਿ ਆਪਣੀ ਜਿਹੜੀ ਡਿਵੈਲਪਮੈਂਟ ਹੈ ਉਹ ਸਾਰੀਆਂ ਜਿਹੜੀਆਂ ਲਾਈਫ ਫਾਰਮਸ ਨੇ ਉਹਨਾਂ ਵਾਸਤੇ ਵੀ ਹਿੱਤ ਦੇ ਵਿੱਚ ਭੁਗਤੇ, ਆਪਣੇ ਕਰਕੇ ਕਿਸੇ ਨੂੰ ਨੁਕਸਾਨ ਨਾ ਹੋਵੇ। ਦੇਅਰ ਇਜ਼ ਐਨ ਇਨਕਰੀਜ਼ਿੰਗ ਕੌਨਸ਼ੀਅਸਨੈਸ of the fact that such conservation with the sustainable use is possible only with the involvement and cooperation of local communities and individual. ਇਹ ਸਾਰਾ ਕੁਝ ਫੇਰ ਹੀ ਪੋਸੀਬਲ ਹੁੰਦਾ ਹੈ, ਫੇਰ ਹੀ ਸੁਚੇਤਨਾ ਆਊਗੀ ਲੋਕਾਂ ਦੇ ਵਿੱਚ ਜੇਕਰ ਥੋੜ੍ਹੀਆਂ ਬਹੁਤ ਜਿਹੜੀਆਂ ਔਰਗਨਾਈਜੇਸ਼ਨਸ ਨੇ, ਲੋਕਾਂ ਜਿਹੜੀਆਂ ਲੋਕਲ ਕਮਿਊਨਿਟੀਜ਼ ਨੇ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਅਤੇ ਹਰ ਇੱਕ ਪਰਸਨ ਦੀ, ਹਰ ਇੱਕ ਇੰਡੀਵਿਜੂਅਲ ਦੀ ਇਨਵੋਲਵਮੈਂਟ ਦੇ ਨਾਲ। For this the development of institutional structures at local levels is necessary. ਇਹਦੇ ਲਈ ਡਿਵੈਲਪਮੈਂਟ ਜਿਹੜਾ ਇੰਸਟੀਟਿਊਸ਼ਨਲ ਸਟਰਕਚਰਸ ਨੇ, ਠੀਕ ਹੈ, ਜਿਹੜੇ ਲੋਕਲ ਲੈਵਲਸ ਨੇ ਦੇ ਉੱਤੇ ਹੁੰਦੇ ਨੇ ਉਹਨਾਂ ਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। The critical problem is not merely the conservation of species nor the habitat but the continuation of the process of conservation. ਸਭ ਤੋਂ ਵੱਡੀ ਪ੍ਰੋਬਲਮ ਸਿਰਫ ਸਪੀਸੀਜ਼ ਨੂੰ ਬਚਾਉਣਾ, ਉਹਨਾਂ ਨੂੰ ਕੰਜ਼ਰਵ ਕਰਨਾ ਨਹੀਂ ਹੈਗਾ, ਨਾ ਹੀ ਉਹਨਾਂ ਦੇ ਹੈਬੀਟੈਟ ਨੂੰ, ਪਰ ਹੈ ਕੀ ਹੈਗਾ, ਜਿਹੜਾ ਕੰਜ਼ਰਵੇਸ਼ਨ ਦਾ ਪ੍ਰੋਸੈਸ ਹੈ ਇਹਨੂੰ ਕੰਟੀਨਿਊ ਰੱਖਣਾ। ਇਹ ਨਹੀਂ ਹੈਗਾ ਵੀ ਆਪਾਂ ਇੱਕ ਪ੍ਰਜਾਤੀ ਬਚਾ ਲਈ ਤਾਂ ਬਸ ਖਤਮ ਹੋ ਗਿਆ, ਨਹੀਂ, ਆਪਾਂ ਨੂੰ ਸਪੀਸੀਜ਼ ਨੂੰ, ਆਪਾਂ ਨੂੰ ਉਹਨਾਂ ਦੇ ਹੈਬੀਟੈਟਸ ਨੂੰ, ਆਪਾਂ ਨੂੰ ਉਹਨਾਂ ਦੇ ਈਕੋਸਿਸਟਮ ਨੂੰ ਕੰਜ਼ਰਵ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਕੰਟੀਨਿਊ ਰੱਖਣਾ ਚਾਹੀਦਾ। The government of India along with 155 other nations have signed the Convention of Biodiversity at Earth Summit held at Rio de Janeiro, Brazil in June 1992. ਇੰਡੀਆ ਦੀ ਸਰਕਾਰ ਨੇ 155 ਹੋਰ ਦੇਸ਼ਾਂ ਦੇ ਨਾਲ ਇੱਕ ਕਨਵੈਨਸ਼ਨ ਆਫ ਬਾਇਓਡਾਇਵਰਸਿਟੀ ਜਿਹੜਾ ਕਿ ਅਰਥ ਸਮਿਟ ਦੇ ਉੱਤੇ ਅਰਥ ਸਮਿਟ ਹੈਲਡ ਹੋਇਆ ਸੀ ਕਿ ਰਾਇਓ ਡੀ ਜਨੇਰੋ ਦੇ ਵਿੱਚ, ਬ੍ਰਾਜ਼ੀਲ ਦੇ ਵਿੱਚ, ਉੱਥੇ ਸਾਈਨ ਕੀਤੇ ਸੀ ਕਿ ਆਪਾਂ ਇਸ ਇਨਵਾਇਰਮੈਂਟ ਨੂੰ ਬਚਾਉਣਾ ਹੈ, ਆਪਣੇ ਈਕੋਸਿਸਟਮ ਨੂੰ, ਆਪਣੀ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨਾ ਹੈ। The World Conservation Strategy has suggested the following steps for the biodiversity conservation. ਕਿਹੜੇ ਆਪਣਾ ਕੰਜ਼ਰਵੇਸ਼ਨ ਲਈ ਉਹਨਾਂ ਨੇ ਕਿਹੜੀ ਸਟ੍ਰੈਟਜੀਜ਼ ਆਪਾਂ ਨੂੰ ਸੁਜੈਸਟ ਕੀਤੀਆਂ ਨੇ, ਉਹ ਇਹ ਸਟੈਪਸ ਨੇ ਜਿਹੜੇ ਨੀਚੇ ਦਿੱਤੇ ਹੋਏ ਨੇ। ਐਫਰਟਸ ਸ਼ੁੱਡ ਬੀ ਮੇਡ ਟੂ ਪ੍ਰੀਜ਼ਰਵ ਦਾ ਸਪੀਸੀਜ਼ ਦੈਟ ਆਰ ਐਂਡੇਂਜਰਡ। ਕੁਛ ਇੱਦਾਂ ਦੇ ਐਫਰਟਸ ਕਰਨੇ ਚਾਹੀਦੇ ਨੇ ਜਿਹੜੀਆਂ ਸਪੀਸੀਜ਼ ਐਂਡੇਂਜਰਡ ਨੇ ਉਹਨਾਂ ਨੂੰ ਬਚਾਇਆ ਜਾ ਸਕੇ, ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕੇ। ਪ੍ਰੀਵੈਂਸ਼ਨ ਆਫ ਐਕਸਟਿੰਕਸ਼ਨ ਰਿਕੁਆਇਰਸ ਪ੍ਰੋਪਰ ਪਲੈਨਿੰਗ ਐਂਡ ਮੈਨੇਜਮੈਂਟ। ਇਹ ਸਾਰੀਆਂ ਚੀਜ਼ਾਂ ਲਈ ਪ੍ਰੋਪਰ ਪਲੈਨਿੰਗ ਚਾਹੀਦੀ ਹੈ, ਪ੍ਰੋਪਰ ਮੈਨੇਜਮੈਂਟ ਦੀ ਜ਼ਰੂਰਤ ਪਊਗੀ। Varieties of food crops, forage plants, timber trees, livestock, animals and their wild relatives should be preserved. ਫੂਡ ਕ੍ਰੋਪਸ ਦੀ, ਫੋਰੇਜ ਪਲਾਂਟਸ ਦੀ, ਇਹ ਸਾਰੀਆਂ ਦੀ ਵੈਰਾਈਟੀ, ਵਾਈਲਡ ਰਿਲੇਟਿਵਸ ਇਹਨਾਂ ਦੇ, ਠੀਕ ਹੈ, ਇਹਨਾਂ ਨੂੰ ਪ੍ਰੀਜ਼ਰਵ ਕਰਨਾ ਚਾਹੀਦਾ, ਬਚਾਉਣਾ ਚਾਹੀਦਾ ਤਾਂ ਕਿ ਇਹ ਮਤਲਬ ਕਿ ਐਂਡੇਂਜਰਡ ਨਾ ਹੋਣ, ਰੇਅਰ ਨਾ ਹੋਣ ਜਾਂ ਐਕਸਟਿੰਕਟ ਨਾ ਹੋਣ। ਈਚ ਕੰਟਰੀ ਸ਼ੁੱਡ ਆਈਡੈਂਟੀਫਾਈ ਹੈਬੀਟੈਟਸ ਆਫ ਵਾਈਲਡ ਰਿਲੇਟਿਵਸ ਐਂਡ ਐਨਸ਼ੋਰ ਦੇਅਰ ਪ੍ਰੋਟੈਕਸ਼ਨ। ਵਾਈਲਡ ਰਿਲੇਟਿਵਸ ਜਿਹੜੇ ਹੁੰਦੇ ਨੇ, ਠੀਕ ਹੈ, ਮਤਲਬ ਕੁਛ ਇੱਦਾਂ ਦੇ ਪਲਾਂਟਸ, ਕੁਛ ਇੱਦਾਂ ਦੇ ਐਨੀਮਲਸ, ਉਹਨਾਂ ਦੇ ਪ੍ਰੋਪਰ ਹੈਬੀਟੈਟ, ਉਹਨਾਂ ਨੂੰ ਨੁਕਸਾਨ ਨਾ ਪਹੁੰਚੇ, ਇਹ ਚੀਜ਼ਾਂ ਉਹਨਾਂ ਦੀ ਪ੍ਰੋਟੈਕਸ਼ਨ ਲਈ ਐਨਸ਼ੋਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਦੇ ਹੈਬੀਟੈਟਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਕਿ ਨੁਕਸਾਨ ਨਹੀਂ ਹੋਣਾ ਚਾਹੀਦਾ। ਹੈਬੀਟੈਟਸ ਵੇਅਰ ਸਪੀਸੀਜ਼ ਫੀਡ, ਬਰੀਡ, ਰੈਸਟ ਐਂਡ ਨਰਸ ਦੇਅਰ ਯੰਗ ਸ਼ੁੱਡ ਬੀ ਸੇਫਗਾਰਡਡ ਐਂਡ ਪ੍ਰੋਟੈਕਟਡ। ਮੰਨ ਲਓ ਕੋਈ ਫੋਰੈਸਟ ਹੈ, ਫੋਰੈਸਟ ਦੇ ਵਿੱਚ ਜਿਹੜੇ ਪਲਾਂਟਸ ਨੇ ਜਾਂ ਐਨੀਮਲਸ ਨੇ ਜਿਹੜੇ ਰਹਿੰਦੇ ਨੇ, ਠੀਕ ਹੈ, ਉੱਥੇ ਉਹ ਆਪਣੇ ਬੱਚਿਆਂ ਨੂੰ ਮਤਲਬ ਕਿ ਜਿਹੜੇ ਬਰੀਡ ਕਰਦੇ ਨੇ, ਆਪਣੇ ਬੱਚੇ ਪੈਦਾ ਕਰਦੇ ਨੇ, ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੂੰ ਫੀਡ ਕਰਦੇ ਨੇ, ਪ੍ਰੋਪਰ ਨਿਊਟਰੀਐਂਟਸ ਜਾਂ ਆਪਣਾ ਫੂਡ ਪ੍ਰੋਵਾਈਡ ਕਰਦੇ ਨੇ, ਰੈਸਟ ਕਰਦੇ ਨੇ ਅਤੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਖਿਆਲ ਰੱਖਦੇ ਨੇ।
ਉਹ ਜਿਹੜੇ ਥਾਵਾਂ ਨੇ, ਠੀਕ ਹੈ, ਜਿਹੜਾ ਉਹਨਾਂ ਦਾ ਹੈਬੀਟੇਟ ਹੈ, ਜਿੱਥੇ ਉਹ ਰਹਿੰਦੇ ਨੇ, ਆਪਣੇ ਆਪ ਨੂੰ ਸੇਫ ਫੀਲ ਕਰਦੇ ਨੇ, ਉਹਨਾਂ ਨੂੰ ਸੇਫਗਾਰਡ ਕਰਨਾ ਚਾਹੀਦਾ, ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ, ਤਾਂ ਕਿ ਕੁਛ ਵੀ ਇੱਦਾਂ ਦੀ ਐਕਟੀਵਿਟੀ ਉੱਥੇ ਨਾ ਹੋਵੇ ਜਿਹਦੀ ਵਜ੍ਹਾ ਕਰਕੇ ਉਹਨਾਂ ਨੂੰ ਨੁਕਸਾਨ ਹੋਵੇ। ਇੰਟਰਨੈਸ਼ਨਲ ਟਰੇਡ ਇਨ ਵਾਈਲਡ ਪਲਾਂਟਸ ਐਂਡ ਐਨੀਮਲਸ ਬੀ ਰੈਗੂਲੇਟਡ। ਇੰਟਰਨੈਸ਼ਨਲ ਟਰੇਡ ਹੈ ਜਿਹੜੀ, ਮਤਲਬ ਉਹਨੂੰ ਰੈਗੂਲੇਟ ਕਰਨਾ ਚਾਹੀਦਾ। ਇਹ ਨਹੀਂ ਹੈਗਾ ਵੀ ਕੋਈ ਸਪੀਸੀਜ਼ ਕਿਤੋਂ ਵੀ ਐਗਜ਼ੋਟਿਕ ਸਪੀਸੀਜ਼ ਜਿਵੇਂ ਨੁਕਸਾਨ ਕਰਦੀਆਂ ਨੇ, ਠੀਕ ਹੈ, ਉਹ ਚੀਜ਼ ਇੱਥੇ ਨਹੀਂ ਹੋਣੀ ਚਾਹੀਦੀ। To protect, preserve and propagate the variety of species within the natural boundaries, the Government of India passed the Wildlife Protection Act 1972, under which national parks and sanctuaries were established and biosphere reserves declared। हाँ जी, ਜੇ ਆਪਾਂ ਪ੍ਰੋਟੈਕਟ ਕਰਨੀਆਂ ਨੇ ਆਪਣੀਆਂ ਸਪੀਸੀਜ਼, ਠੀਕ ਹੈ, ਪ੍ਰੀਜ਼ਰਵ ਕਰਨੀਆਂ ਨੇ, ਪ੍ਰੋਪਗੇਟ ਕਰਨੀਆਂ ਨੇ, ਠੀਕ ਹੈ, ਉਹਨਾਂ ਦੀਆਂ ਨੈਚੁਰਲ ਬਾਊਂਡਰੀਜ਼ ਦੇ ਵਿੱਚ, ਠੀਕ ਹੈ, ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ, ਇੱਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਜਿਹੜਾ 1972 ਦੇ ਵਿੱਚ ਪਾਸ ਕੀਤਾ ਸੀ, ਜਿਹਦੇ ਅੰਦਰ ਆਪਾਂ ਕੀ ਹੁੰਦਾ ਹੈਗਾ, ਵਾਈਲਡ ਜਿਹੜੇ ਨੈਸ਼ਨਲ ਪਾਰਕਸ ਨੇ, ਸੈਂਚੁਰੀਜ਼ ਨੇ, ਠੀਕ ਹੈ, ਉਹ ਇਸਟੈਬਲਿਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਮਤਲਬ ਕਿ ਬਾਇਓਸਫੀਅਰ ਰਿਜ਼ਰਵਸ ਡਿਕਲੇਅਰ ਕੀਤਾ ਜਾਊਗਾ, ਠੀਕ ਹੈ। ਇਹ ਚੀਜ਼ਾਂ ਮਤਲਬ ਕਿ ਆਪਣੀਆਂ ਨੈਚੁਰਲ ਸਪੀਸੀਜ਼ ਨੇ ਜਿਹੜੀਆਂ, ਜਿੱਥੇ ਜਿੱਥੇ ਉਹਨਾਂ ਦੀ ਨੈਚੁਰਲ ਬਾਊਂਡਰੀਜ਼ ਨੇ, ਉਹਦੇ ਵਿੱਚ ਰਹਿ ਕੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਊਗਾ। ਡਿਟੇਲਸ ਆਫ ਦੀਸ ਬਾਇਓਸਫੀਅਰ ਰਿਜ਼ਰਵਸ ਆਰ ਗਿਵਨ ਇਨ ਬੁੱਕ ਇੰਡੀਆ ਫਿਜ਼ੀਕਲ ਐਨਵਾਇਰਨਮੈਂਟ NCERT 2006। ਇਹ ਬੁੱਕ ਦੇ ਵਿੱਚ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹ ਦਿੱਤੀਆਂ ਹੋਈਆਂ ਨੇ। ਦੇਰ ਆਰ ਸਮ ਕੰਟਰੀਜ਼ ਵਿਚ ਆਰ ਸਿਚੁਏਟਡ ਇਨ ਅ ਟ੍ਰੋਪੀਕਲ ਰੀਜਨ। ਟ੍ਰੋਪੀਕਲ ਰੀਜਨਸ ਦੇ ਵਿੱਚ ਮਤਲਬ ਕਿ ਜਿਹੜੀਆਂ ਕੰਟਰੀਜ਼ ਆਉਂਦੀਆਂ ਨੇ, ਠੀਕ ਹੈ, ਦੇ ਪੋਸੈਸ ਅ ਲਾਰਜ ਨੰਬਰ ਆਫ ਵਰਲਡ ਸਪੀਸੀਜ਼ ਡਾਇਵਰਸਿਟੀ। ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ ਵੀ ਟ੍ਰੋਪੀਕਲ ਰੀਜਨਸ ਦੇ ਵਿੱਚ 3/4 ਆਫ ਮਤਲਬ ਕਿ ਹਿਊਮਨ ਪਾਪੂਲੇਸ਼ਨ ਰਹਿੰਦੀ ਹੈ, ਠੀਕ ਹੈ। ਦੂਜੀ ਗੱਲ ਕੀ ਹੈ, ਉੱਥੇ ਵਰਲਡ ਦੀਆਂ 50% ਸਪੀਸੀਜ਼ ਨੇ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ, ਠੀਕ ਹੈ। ਲਾਰਜ ਵੈਰਾਈਟੀ ਆਪਣੇ ਆਪ ਹੋ ਗਈ, ਠੀਕ ਹੈ, ਸਪੀਸੀਜ਼ ਦੀ ਡਾਇਵਰਸਿਟੀ। ਦੇ ਆਰ ਕਾਲਡ ਮੈਗਾ ਡਾਇਵਰਸਿਟੀ ਸੈਂਟਰਸ। ਉਹਨਾਂ ਕੰਟਰੀਜ਼ ਨੂੰ ਕੀ ਕਿਹਾ ਜਾਂਦਾ ਹੈਗਾ, ਮੈਗਾ ਡਾਇਵਰਸਿਟੀ ਸੈਂਟਰਸ, ਬਹੁਤ ਵੱਡੀ ਡਾਇਵਰਸਿਟੀ, ਠੀਕ ਹੈ। There are 12 such countries, namely Mexico, Colombia, Ecuador, Peru, Brazil, Democratic Republic of Congo, Madagascar, China, India, Malaysia, Indonesia and Australia, in which these centers are located। ਇਹਨਾਂ 12 ਕੰਟਰੀਆਂ ਦੇ ਵਿੱਚ, ਠੀਕ ਹੈ, ਜਿਹੜੀਆਂ 12 ਕੰਟਰੀਜ਼ ਨੇ, ਠੀਕ ਹੈ, ਇਹਨਾਂ ਦੇ ਵਿੱਚ ਇਹ ਜਿਹੜੇ ਸੈਂਟਰਸ ਨੇ ਲੋਕੇਟ ਕਰਦੇ ਨੇ। in order to concentrate resources on those areas that are most vulnerable, the International Union for Conservation of Nature and Natural Resource IUCN, ਆਪਾਂ ਪਹਿਲਾਂ ਵੀ ਪੜ੍ਹਿਆ ਸੀ, has identified certain areas as biodiversity hotspots। ਕਾਫੀ ਸਾਰੇ ਏਰੀਆਜ਼ ਨੂੰ IUCN ਨੇ ਬਾਇਓਡਾਇਵਰਸਿਟੀ ਹੌਟਸਪੌਟਸ ਡਿਕਲੇਅਰ ਕੀਤਾ ਹੈ, ਜਾਂ ਮਤਲਬ ਕਿ ਆਇਡੈਂਟੀਫਾਈ ਕੀਤਾ ਹੈ। ਹੌਟਸਪੌਟਸ ਆਰ ਡਿਫਾਈਨਡ ਅਕੋਰਡਿੰਗ ਟੂ ਦੇਅਰ ਵੈਜੀਟੇਸ਼ਨ। ਹੌਟਸਪੌਟਸ ਕਿਹਦੇ ਅਕੋਰਡਿੰਗ ਡਿਫਾਈਨ ਕਰਦੇ ਨੇ ਬਈ, ਉਹਨਾਂ ਦੀ ਵੈਜੀਟੇਸ਼ਨ ਦੇ ਅਕੋਰਡਿੰਗ, ਠੀਕ ਹੈ, ਕਿੱਦਾਂ ਦਾ ਵੈਜੀਟੇਸ਼ਨ ਉੱਥੇ ਐਗਜ਼ਿਸਟ ਕਰਦਾ ਹੈ। ਪਲਾਂਟਸ ਆਰ ਇੰਪੋਰਟੈਂਟ ਬਿਕੋਜ਼ ਥੀਸ ਡਿਟਰਮਾਈਨ ਦਾ ਪ੍ਰਾਇਮਰੀ ਪ੍ਰੋਡਕਟੀਵਿਟੀ ਆਫ ਐਨ ਈਕੋਸਿਸਟਮ। ਪਲਾਂਟਸ ਕਿਉਂ ਇੰਪੋਰਟੈਂਟ ਨੇ? ਪ੍ਰਾਇਮਰੀ ਪ੍ਰੋਡਕਟੀਵਿਟੀ ਤਾਂ ਉਹੀ ਕਰਦੇ ਨੇ ਨਾ ਈਕੋਸਿਸਟਮ ਦੇ ਵਿੱਚ। ਪ੍ਰਾਇਮਰੀ ਪ੍ਰੋਡਿਊਸਰਸ ਪਲਾਂਟਸ ਹੀ ਹੁੰਦੇ ਨੇ, ਉਹਦੇ ਉੱਤੇ ਹੀ ਆਪਾਂ ਕੰਜ਼ਿਊਮ ਕਰਦੇ ਹਾਂ। ਆਪਾਂ ਕਿਵੇਂ ਵੀ ਕਹਿ ਲਓ, ਆਪਣਾ ਜਿਹੜਾ ਫੂਡ ਹੈ, ਨੋਨ ਵੈਜੀਟੇਰੀਅਨ ਦੀ ਗੱਲ ਨਹੀਂ ਕਰਦਾ ਮੈਂ, ਵੈਜੀਟੇਰੀਅਨ ਦੀ, ਮਤਲਬ ਕਿ ਸਭ ਤੋਂ ਬੇਸਿਕ ਫੂਡ ਜਿਹੜਾ ਕੋਈ ਵੀ ਪਰਸਨ ਕੰਜ਼ਿਊਮ ਕਰਦਾ ਉਹਨੂੰ ਪਲਾਂਟਸ ਤੋਂ ਹੀ ਮਿਲਦਾ। ਅਤੇ ਪਲਾਂਟਸ ਕੀ ਨੇ? ਪ੍ਰਾਇਮਰੀ ਪ੍ਰੋਡਿਊਸਰਸ ਹੁੰਦੇ ਨੇ, ਠੀਕ ਹੈ। ਮੋਸਟ ਬਟ ਨਾਟ ਆਲ ਆਫ ਦਾ ਹੌਟਸਪੌਟਸ rely upon a species rich ecosystem for food, firewood, crop plant and income from timber। ਜ਼ਿਆਦਾਤਰ, ਸਾਰਾ ਨਹੀਂ, ਜ਼ਿਆਦਾਤਰ ਇਹਨਾਂ ਨੇ ਕਿਹਾ, ਜ਼ਿਆਦਾਤਰ ਜਿਹੜਾ ਹੌਟਸਪੌਟਸ ਨੇ ਉਹ ਕਾਹਦੇ 'ਤੇ ਰਿਲਾਈ ਕਰਦੇ ਨੇ? ਜਿਹੜਾ ਸਪੀਸੀਜ਼ ਰਿਚ ਈਕੋਸਿਸਟਮ ਹੁੰਦਾ, ਕਾਹਦੇ 'ਤੇ ਮਤਲਬ ਕਿ ਡਿਪੈਂਡ ਕਰਦਾ ਉਹ ਸਾਰਾ ਕੁਛ? ਫੂਡ 'ਤੇ, ਫਾਇਰਵੁੱਡ 'ਤੇ, ਕ੍ਰੌਪ ਲੈਂਡ 'ਤੇ, ਇਨਕਮ ਜਿਹੜੀ ਟਿੰਬਰ ਤੋਂ ਹੁੰਦੀ ਹੈ, ਠੀਕ ਹੈ। In Madagascar, for example, about 85% of the plants and animals are found nowhere else in the world। ਮੈਡਗਾਸਕਰ ਦੇ ਵਿੱਚ ਕੀ ਹੈ? 85% ਪਲਾਂਟਸ ਅਤੇ ਐਨੀਮਲਸ ਉੱਦਾਂ ਦੇ ਹੁੰਦੇ ਨੇ, ਉੱਦਾਂ ਦੇ ਐਗਜ਼ਿਸਟ ਕਰਦੇ ਨੇ, ਉੱਦਾਂ ਦੇ ਮਿਲਦੇ ਨੇ, ਜਿਹੜੇ ਬਾਕੀ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲਦੇ। ਅਦਰ ਹੌਟ ਸਪੌਟਸ ਇਨ ਦਾ ਵੈਲਦੀ ਕੰਟਰੀਜ਼ ਆਰ ਫੇਸਿੰਗ ਡਿਫਰੈਂਟ ਟਾਈਪਸ ਆਫ ਪ੍ਰੈਸ਼ਰਸ। ਹੋਰ ਸਾਰੇ ਜਿਹੜੇ ਹੌਟਸਪੌਟਸ ਨੇ ਜਿਹੜੇ ਅਮੀਰ ਕੰਟਰੀਜ਼ ਦੇ ਵਿੱਚ ਨੇ, ਉਹਨਾਂ ਨੂੰ ਡਿਫਰੈਂਟ ਟਾਈਪਸ ਦੇ ਪ੍ਰੈਸ਼ਰ ਮਤਲਬ ਕਿ ਫੇਸ ਕਰਨੇ ਪੈ ਰਹੇ ਨੇ। ਕਿੱਦਾਂ ਦੇ? ਦਾ ਆਈਲੈਂਡਸ ਆਫ ਹਵਾਈ ਹੈਵ ਮੈਨੀ ਯੂਨੀਕ ਪਲਾਂਟਸ ਐਂਡ ਐਨੀਮਲਸ ਦੈਟ ਆਰ ਥ੍ਰੀਟਨਡ ਬਾਈ ਇੰਟਰੋਡਿਊਸਡ ਸਪੀਸੀਜ਼ ਐਂਡ ਲੈਂਡ ਡਿਵੈਲਪਮੈਂਟ। ਜਿਹੜਾ ਹਵਾਈ ਦਾ ਆਈਲੈਂਡਸ ਹੈ, ਠੀਕ ਹੈ, ਉਹਦੇ ਵਿੱਚ ਕੁਛ ਇੱਦਾਂ ਦੇ ਯੂਨੀਕ ਪਲਾਂਟ, ਯੂਨੀਕ ਮਤਲਬ ਸਿਰਫ ਉੱਥੇ ਹੀ ਐਗਜ਼ਿਸਟ ਕਰਦੇ ਨੇ ਪਲਾਂਟਸ ਅਤੇ ਐਨੀਮਲਸ, ਜਿਹੜੇ ਕਿ ਖਤਰੇ ਦੇ ਵਿੱਚ ਨੇ। ਕਾਹਦੇ ਤੋਂ ਮਤਲਬ ਕਿਹੜੀ ਚੀਜ਼ ਤੋਂ ਖਤਰਾ ਉਹਨਾਂ ਨੂੰ? ਕਿਉਂਕਿ ਉੱਥੇ ਕੁਛ ਇੱਦਾਂ ਦੀਆਂ ਸਪੀਸੀਜ਼ 'ਤੇ ਲੈਂਡ ਡਿਵੈਲਪਮੈਂਟ ਕਰਕੇ ਇੱਦਾਂ ਦੀਆਂ ਸਪੀਸੀਜ਼ ਇੰਟਰੋਡਿਊਸ ਕਰਤੀਆਂ, ਠੀਕ ਹੈ,
ਮਤਲਬ ਕਿ ਜਿਹੜੀਆਂ ਉਹਨਾਂ ਨੂੰ ਖਤਰਾ ਪਹੁੰਚਾ ਰਹੀਆਂ ਨੇ, ਅਤੇ ਉਸ ਤੋਂ ਬਾਅਦ ਹਵਾਈ ਆਈਲੈਂਡ ਦੇ ਉੱਤੇ ਲੈਂਡ ਡਿਵੈਲਪਮੈਂਟ ਕਰਕੇ ਵੀ ਉਹਨਾਂ ਸਪੀਸੀਜ਼ ਨੂੰ ਖਤਰਾ ਹੈਗਾ। ਠੀਕ ਹੈ ਬੱਚੇ, ਸੋ ਇਹਨਾਂ ਚੀਜ਼ਾਂ ਨੂੰ ਕੰਜ਼ਰਵ ਕਰਨ ਦੀ ਲੋੜ ਹੈ, ਪ੍ਰੀਜ਼ਰਵ ਕਰਨ ਦੀ ਲੋੜ ਹੈ, ਫਿਰ ਹੀ ਜਾ ਕੇ ਆਪਾਂ ਆਪਣੀ ਬਾਇਓਡਾਇਵਰਸਿਟੀ ਨੂੰ ਸੇਵ ਕਰ ਸਕਦੇ ਹਾਂ ਜਾਂ ਸੇਫ ਰੱਖ ਸਕਦੇ ਹਾਂ। ਇਸ ਤੋਂ ਇਹਨਾਂ ਦੇ ਨਾਲ ਹੀ ਬਾਇਓਡਾਇਵਰਸਿਟੀ ਦੇ ਕਰਕੇ ਹੀ ਆਪਣੀ ਐਗਜ਼ਿਸਟੈਂਸ ਹੈ, ਆਪਣਾ ਇਸ ਅਰਥ ਦੇ ਉੱਤੇ ਪ੍ਰੈਜ਼ੈਂਸ ਹੈ, ਆਪਣਾ ਆਧਾਰ ਹੈ। ਸੋ ਇਹ ਸੀਗਾ ਆਪਣਾ ਚੈਪਟਰ। ਠੀਕ ਹੈ, ਇਹਨੂੰ ਧਿਆਨ ਨਾਲ ਪੜ੍ਹ ਲਿਓ। ਇਹਦੇ ਜਿਹੜੇ ਕੁਐਸਚਨ ਆਨਸਰਸ ਨੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ। ਠੀਕ ਹੈ, ਉੱਥੋਂ ਵੀ ਕਰ ਸਕਦੇ ਹੋ। ਬਾਕੀ ਜੇ ਤੁਹਾਡੇ ਕੋਲ ਸੈਲਫ ਸਟੱਡੀਜ਼ ਹੈਗੀਆਂ ਨੇ ਤਾਂ ਉੱਥੋਂ ਵੀ ਪੜ੍ਹ ਸਕਦੇ ਹੋ। ਠੀਕ ਹੈ ਵੀ, ਜੇ ਕੋਈ ਡਾਊਟ ਹੈਗਾ ਤਾਂ ਕਮੈਂਟ ਕਰ ਸਕਦੇ ਹੋ। ਥੈਂਕ ਯੂ।